जो लोग दिल के अच्छे होते हैं उनका दिमाग वाले जमकर फ़ायदा उठाते हैं। कल जो अर्थ कीता सी उसी परमार्थिक अर्थ अपने वल्लों अज जो आम संसारिक लोग अर्थ करते हैं वो भी समझण योग है, क्योंकि ऐसे मैसेज ऐसियां पंक्तियां बहुत लिख के भेजते हैं। आम सधारणतः ਇਹੋ ਹੀ ਸੋਚਿਆ ਜਾਂਦਾ ਹੈ ਕਿ ਜਿਹੜੇ ਦਿਲ ਦੇ ਅੱਛੇ ਹੁੰਦੇ ਹਨ ਭਾਵ ਕਿ ਭਲੇ ਲੋਕ ਹੁੰਦੇ ਹਨ, ਪ੍ਰੇਮ ਭਾਵ ਵਾਲੇ ਹੁੰਦੇ ਹਨ, ਚਲਾਕ ਨਹੀਂ ਹੁੰਦੇ, ਚਤਰ ਨਹੀਂ ਹੁੰਦੇ। ਉਹਨਾਂ ਤੋਂ ਹੀ ਫਾਇਦਾ ਲਿਆ ਜਾ ਸਕਦਾ ਹੈ। ਜਿਹੜੇ ਚਲਾਕ ਚਤਰ ਹਨ, ਚੁਸਤ ਹਨ, ਉਹਨਾਂ ਤੋਂ ਫਾਇਦਾ ਕਿਵੇਂ ਲਓਗੇ? ਤੇ ਸਭ ਤੋਂ ਚਲਾਕ ਕੌਣ ਹੈ? ਰਾਜਨੀਤਿਕ ਲੋਕ। ਦੇਖੋ ਹੁਣ ਵੋਟਾਂ ਆ ਰਹੀਆਂ ਹਨ ਤਾਂ ਉਹਨਾਂ ਨੇ ਹੱਥ ਜੋੜਨੇ ਹਨ, ਮਿੰਨਤਾਂ ਕਰਨੀਆਂ, ਜੋ ਤੁਸੀਂ ਕਹੋਗੇ ਸਤ ਬਚਨ ਜੀ। ਭਾਵੇਂ ਤੁਸੀਂ ਉੱਥੇ ਬਾਥਰੂਮ ਟੋਇਲਟ ਸਾਫ਼ ਕਰਵਾ ਲਓ, ਉਹ ਵੀ ਕਰਨ ਨੂੰ ਤਿਆਰ ਹੋਣ। ਸਭ ਕੁਛ ਕਰਦੇ ਹਨ, ਪਰ ਜਦੋਂ ਤੁਸੀਂ ਵੋਟਾਂ ਪਾ ਦਿੱਤੀਆਂ ਤੇ ਉਹਨਾਂ ਨੂੰ ਬਿਠਾ ਦਿੱਤਾ ਕੁਰਸੀ ਤੇ ਫਿਰ ਉਹਨਾਂ ਨੇ ਤੁਹਾਡਾ ਫਾਇਦਾ ਚੱਕ ਲਿਆ। ਹੁਣ ਤੁਹਾਡੇ ਸਿਰ 'ਤੇ ਬੈਠਣਗੇ। ਜਿਹੜੇ ਤੁਹਾਨੂੰ ਲੱਗਦਾ ਸੀ ਨਾ ਵੀ ਇਹ ਬਹੁਤ ਸੇਵਾ ਕਰਨਗੇ, ਪੈਰੀਂ ਹੱਥ ਲਾਈ ਜਾਂਦੇ, ਉਹ ਹੀ ਬਾਅਦ ਦੇ ਵਿੱਚ ਦੇਖਦੇ ਵੀ ਨਹੀਂ। ਰਾਜਨੀਤਿਕ ਲੋਕ ਚਲਾਕ ਹਨ, ਇਸੇ ਕਰਕੇ ਤੇ ਆਮ ਜਨਤਾ ਦਾ ਫਾਇਦਾ ਲੈਂਦੇ ਹਨ। ਕਈ ਰਾਜਨੀਤਿਕ ਲੋਕ ਜਿਵੇਂ ਹਿਟਲਰ ਜਾਂ ਚਰਚਿਲ ਹੋਏ ਹਨ, ਉਹਨਾਂ ਦੇ ਜੀਵਨ ਬਾਰੇ ਕਿਹਾ ਜਾਂਦਾ ਹੈ ਵੀ ਉਹ ਜਦੋਂ ਯਾਤਰਾ ਵੀ ਕਰਦੇ ਸਨ ਨਾ, ਕਿਸੇ ਟ੍ਰੇਨ 'ਤੇ ਜਾ ਰਹੇ ਹਨ ਜਾਂ ਬੱਸ 'ਤੇ ਜਾ ਰਹੇ ਹਨ ਅਤੇ ਰਸਤੇ 'ਚ ਕੋਈ ਯਾਤਰੂ ਉਹਨਾਂ ਦੇ ਲਾਗੇ ਬੈਠਾ ਹੋਇਆ ਅਗਲੀ ਸੀਟ 'ਤੇ ਜਾਂ ਪਿਛਲੀ 'ਤੇ, ਉਹਦੇ ਨਾਲ ਹੌਲੀ ਹੌਲੀ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਸਨ। ਘਰ ਬਾਰ ਪੁੱਛ ਲੈਣਾ, ਪਰਿਵਾਰ ਪੁੱਛ ਲੈਣਾ, ਸਾਰਾ ਕੁਛ, ਡਰੈਸ ਪੁੱਛ ਲੈਣਾ। ਫਿਰ ਉਹਨੂੰ ਚਿੱਠੀ ਪਾ ਕੇ ਨਾ ਹਾਲ ਚਾਲ ਪੁੱਛਦੇ ਰਹਿਣਾ 6 ਮਹੀਨੇ ਸਾਲ ਬਾਅਦ। ਪਰਿਵਾਰ ਠੀਕ ਹੈ? ਹੋਰ ਕਿਵੇਂ ਆ? ਛੋਟੇ ਲੜਕੇ ਦਾ ਕਿਵੇਂ ਆ? ਵੱਡਾ ਕਿਵੇਂ ਆ? ਨੌਕਰੀ ਠੀਕ ਠਾਕ ਚੱਲਦੀ? ਉਹ ਸਾਰਾ ਕੁਛ ਨੋਟ ਕਰਕੇ ਰੱਖਦੇ ਸਨ। ਬਸ ਇੱਦਾਂ 4 ਗੱਲਾਂ ਦੇ ਵਿੱਚ ਉਹਨਾਂ ਨੂੰ ਖੁਸ਼ ਰੱਖਦੇ। ਫਿਰ ਵੋਟਾਂ ਆਉਣ ਵਾਲੀਆਂ ਹਨ, ਖਿਆਲ ਰੱਖਿਓ, ਹਾਲ ਚਾਲ ਪੁੱਛਣਾ। ਅਤੇ ਰਾਜਨੀਤਿਕ ਇਸੇ ਕਰਕੇ ਹਾਲ ਚਾਲ ਪੁੱਛਦੇ ਰਹਿੰਦੇ ਹਨ। ਜਦੋਂ ਆਹ ਵੋਟਾਂ ਆ ਜਾਣ ਫਿਰ ਜ਼ਿਆਦਾ ਪੁੱਛਦੇ ਹਨ, ਕਿਉਂਕਿ ਤਾਂ ਹੀ ਤੁਸੀਂ ਪਾਓਗੇ ਨਾ। ਆਓ ਭਗਤ ਵੀ ਕਰਦੇ ਹਨ, ਪ੍ਰੋਗਰਾਮ 'ਤੇ ਸੱਦੋਗੇ ਬਿਲਕੁਲ ਆਉਣਗੇ। ਅਤੇ ਉਹ ਸਵਾਰਥੀ ਹਨ। ਅਤੇ ਚਲਾਕ ਲੋਕ ਭੋਲੇ ਭਾਲਿਆਂ ਦਾ ਹੀ ਫਾਇਦਾ ਲੈ ਸਕਦੇ ਹਨ। ਅਤੇ ਉਹਨਾਂ ਵਾਸਤੇ ਭੋਲੇ ਭਾਲੇ ਜਿਹੜੇ ਹਨ ਨਾ, ਉਹ ਵੀ ਜ਼ਰੂਰੀ ਹਨ। ਇਵੇਂ ਹੀ ਧਾਰਮਿਕ ਲੋਕ ਹਨ। ਧਾਰਮਿਕ ਲੋਕ ਵੀ ਇੱਦਾਂ ਹੀ ਕਰਦੇ ਹਨ। ਕੋਈ ਪ੍ਰੇਮੀ ਆਇਆ, ਹੌਲੀ ਹੌਲੀ ਉਹਦੇ ਨਾਲ ਸੰਬੰਧ ਬਣਾਉਣਾ, ਉਹਦਾ ਟੈਲੀਫੋਨ ਨੰਬਰ ਨੋਟ ਕਰਨਾ, ਐਡਰੈਸ ਨੋਟ ਕਰਨਾ,
ਫਿਰ ਉਹਨੂੰ ਵਿੱਚ ਟੈਲੀਫੋਨ ਕਰਕੇ ਪੁੱਛਦੇ ਰਹਿਣਾ ਕਿਵੇਂ ਠੀਕ ਠਾਕ ਹੈ, ਕਿਵੇਂ ਕਾਰੋਬਾਰ ਚੱਲ ਰਿਹਾ, ਉਹਨੂੰ ਸਲਾਹ ਦਿੰਦੇ ਰਹਿਣਾ ਹੌਲੀ ਹੌਲੀ ਕਿਸੇ ਨਾ ਕਿਸੇ ਢੰਗ ਦੇ ਨਾਲ ਸਾਡੇ ਨਾਲ ਜੁੜਿਆ ਰਹੂਗਾ ਤੇ ਕਦੇ ਨਾ ਕਦੇ ਕੰਮ ਆਊਗਾ ਹੀ ਨਾ। ਫਿਰ ਕਦੇ ਕਹਿ ਦੇਵਾਂਗੇ ਵੀ ਆਹ ਸੇਵਾ ਕਰਦੇ। ਜਿਵੇਂ ਵਪਾਰੀ ਲੋਕ ਹਨ, ਆਪਣੇ ਗਾਹਕ ਨੂੰ ਖੁਸ਼ ਰੱਖਣ ਵਾਸਤੇ ਤੇ ਉਹਨੂੰ ਕਹਿੰਦੇ ਹਨ ਤੈਨੂੰ ਬਾਹਰ ਦੀ ਯਾਤਰਾ ਵੀ ਕਰਾਵਾਂਗੇ, ਤੂੰ ਸਾਡਾ ਸਮਾਨ ਵਿਕਾ। ਦੁਕਾਨਦਾਰ ਕੋਲ ਤੁਸੀਂ ਜਾਂਦੇ ਹੋ ਤਾਂ ਉਹ ਵੀ ਆਪਣੇ ਗਾਹਕ ਨੂੰ ਬੜਾ ਖੁਸ਼ ਹੋ ਕੇ ਮਿਲਦਾ। ਬੈਠੋ ਜੀ, ਚਾਹ ਪਾਣੀ ਛਕਾਈ। ਇਹ ਹੈ ਦੁਨੀਆਦਾਰੀ ਦਾ ਖਿਆਲ, ਆਪਣੇ ਸਵਾਰਥ ਵਾਸਤੇ ਦੂਸਰੇ ਦਾ ਉਪਯੋਗ ਕਰਨਾ। ਆਪਣੇ ਸਵਾਰਥ ਵਾਸਤੇ ਫਾਇਦਾ ਲੈਣਾ ਦੂਸਰੇ ਦਾ। ਘਰਾਂ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਹੈ। ਅਗਰ ਤੁਹਾਨੂੰ ਕੋਈ ਫਾਇਦਾ ਦੇਵੇ ਹੀ ਨਾ, ਘਰ ਵਾਲੀ ਜਾਂ ਬੱਚੇ, ਪਰਿਵਾਰ ਦੇ ਮੈਂਬਰ, ਕੋਈ ਫਾਇਦਾ ਨਾ ਹੋਵੇ ਉਹਨਾਂ ਦਾ ਤੁਹਾਡਾ, ਤਾਂ ਤੁਸੀਂ ਕਹੋਗੇ ਘਰ ਦੇ ਵਿੱਚ ਰਹਿਣ ਦਾ ਕੀ ਫਾਇਦਾ। ਇਸ ਬੱਚੇ ਦਾ ਤਾਂ ਕੋਈ ਫਾਇਦਾ ਹੀ ਨਹੀਂ ਘਰ ਦੇ ਵਿੱਚ ਰਹਿਣ ਦਾ। ਕਈ ਵਾਰ ਇੱਦਾਂ ਵੀ ਕਹਿੰਦੇ ਮਾਂ ਕੁਛ ਕਰਦਾ ਹੀ ਨਹੀਂ ਅਤੇ ਫਾਇਦਾ ਕੀ, ਜਾਵੇ। ਜਿਹੜਾ ਫਾਇਦੇ ਦਾ ਹੈ ਉਹ ਕੋਲ ਰਵੇ, ਜਿਹੜਾ ਮੇਰੀ ਦੇਖਭਾਲ ਕਰਦਾ, ਮੇਰੀ ਸੇਵਾ ਕਰਦਾ, ਜਿਹੜਾ ਮੇਰਾ ਹੁਕਮ ਮੰਨਦਾ, ਮੈਨੂੰ ਚੰਗਾ ਲੱਗਦਾ, ਉਹਦਾ ਹੀ ਫਾਇਦਾ ਨਾ। ਫਾਇਦੇ ਦੀ ਭਾਸ਼ਾ ਇਹ ਸੰਸਾਰ ਦੀ ਹੈ ਅਤੇ ਸੰਸਾਰੀ ਲੋਕ ਸੋਚਦੇ ਵੀ ਇੱਦਾਂ ਹੀ। ਅਤੇ ਇਸੇ ਸੋਚ ਨੂੰ ਲੈ ਕੇ ਹੀ ਅਤੇ ਆਹ ਪੰਗਤੀਆਂ ਉਤਰਦੀਆਂ ਹਨ ਨਾ। ਵਾਸਤਵਿਕ ਗੱਲ ਵੀ ਠੀਕ ਹੀ ਹੈ, ਸੰਸਾਰ ਦੇ ਵਿੱਚ ਚੱਲ ਵੀ ਇਹੋ ਕੁਛ ਰਿਹਾ। ਚਲਾਕ ਲੋਕ ਹਨ, ਚਤਰ ਹਨ, ਉਹ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਹਨ। ਤੋ ਫਸਦੇ ਹਨ, ਉਹ ਆਪਣੇ ਫਾਇਦੇ ਵਾਸਤੇ ਉਹਨਾਂ ਨੂੰ ਵਰਤਦੇ ਹਨ ਅਤੇ ਹਰ ਇੱਕ ਹੀ ਆਪਣਾ ਆਪਣਾ ਫਾਇਦਾ ਸੋਚਦਾ ਹੈ, ਨੁਕਸਾਨ ਤਾਂ ਨਹੀਂ ਕੋਈ ਸੋਚਦਾ ਹੈ। ਤੁਸੀਂ ਖਿਆਲ ਕਰੋ, ਤੁਸੀਂ ਸੰਸਾਰ ਦੇ ਵਿੱਚ ਰਹਿ ਰਹੇ ਹੋ, ਜਿੰਨੇ ਵੀ ਲੋਕ ਹਨ ਉਹਨੂੰ ਪੁੱਛ ਕੇ ਦੇਖੋ, ਕਹੂਗਾ ਫਾਇਦੇ ਵਾਸਤੇ ਕੁਛ ਕਰਨਾ। ਇਸ ਕੰਮ ਦੇ ਵਿੱਚ ਕਿੰਨਾ ਕੁ ਫਾਇਦਾ ਹੋਊਗਾ, ਜਿਸ 'ਚ ਜ਼ਿਆਦਾ ਫਾਇਦਾ ਹੋਊਗਾ ਉਹ ਕੰਮ ਕਰਨਾ, ਜਿਸ 'ਚ ਫਾਇਦਾ ਹੀ ਨਾ ਕੋਈ ਹੋਵੇ ਉਹ ਕੰਮ ਕਿਵੇਂ ਕਰੋਗੇ। ਇਹੋ ਤੇ ਮੌਲਿਕ ਸੰਸਾਰਿਕ ਆਦਮੀ ਦੀ ਦ੍ਰਿਸ਼ਟੀ ਹੈ ਨਾ, ਫਾਇਦੇ ਵਾਸਤੇ ਕੁਝ ਕਰਨਾ, ਕੋਈ ਧੰਦਾ ਕਰਨਾ, ਕੋਈ ਕੰਮ ਕਰਨਾ, ਕੋਈ ਵਪਾਰ ਕਰਨਾ। ਜਿਵੇਂ ਪਿੱਛੇ ਜਿਹੇ ਇੱਥੇ ਇੱਕ ਪ੍ਰੇਮੀ ਆ ਗਿਆ, ਉਹਦੀ ਪਹਾੜ ਦੇ ਵਿੱਚ ਇੱਥੇ ਜ਼ਮੀਨ ਹੈ, ਜੰਗਲ। ਦੂਸਰਾ ਆਦਮੀ ਕੋਲੇ ਬੈਠਾ ਕਹਿੰਦਾ ਵੀ ਇੱਥੇ ਜ਼ਮੀਨ ਲੈਣ ਦਾ ਫਾਇਦਾ ਕੀ, ਵੀ ਜੰਗਲ ਹੀ ਤਾਂ ਹੈ, ਪਹਾੜ ਹੈ, ਕੋਈ ਆਮਦਨ ਤਾਂ ਹੈ। ਮੈਨੂੰ ਹਾਸਾ ਆ ਗਿਆ। ਮੈਂ ਕਿਹਾ ਸੰਸਾਰਿਕ ਆਦਮੀ ਜੰਗਲ 'ਚ ਆਣ ਕੇ ਵੀ ਫਾਇਦੇ ਦੀ ਗੱਲ ਸੋਚਦਾ, ਫਾਇਦਾ ਕੀ। ਇਹ ਸੰਸਾਰ ਦੀ ਭਾਸ਼ਾ ਹੈ, ਫਾਇਦੇ ਦੀ, ਲਾਭ ਦੀ। ਕੁਛ ਲਾਭ ਹੋਵੇ ਤਾਂ ਆਪਾਂ ਕੁਝ ਕਰਨਾ। ਪਰਮਾਰਥਿਕ ਭਾਸ਼ਾ ਜਿਹੜੀ ਬਿਲਕੁਲ ਉਲਟ ਹੈ। ਹੁਣ ਤੁਸੀਂ ਇਉਂ ਸਮਝ ਲਵੋ, ਅਗਰ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ ਅਤੇ ਅਗਰ ਪ੍ਰੇਮ ਦੇ ਵਿੱਚ ਵੀ ਤੁਸੀਂ ਫਾਇਦਾ ਦੇਖੋ ਤਾਂ ਪ੍ਰੇਮ ਨਾ ਹੋਇਆ। ਪ੍ਰੇਮ ਦੇ ਵਿੱਚ ਤਾਂ ਰਸ ਹੁੰਦਾ ਹੈ, ਆਨੰਦ ਹੁੰਦਾ ਹੈ, ਪ੍ਰੇਮ ਦੇ ਵਿੱਚ ਫਾਇਦਾ ਨਹੀਂ ਹੈ। ਜਿਵੇਂ ਇਵੇਂ ਲੈ ਲਓ, ਕੋਈ ਆਪਣਾ ਤੰਤੀ ਸਾਜ਼ ਲੈ ਕੇ ਬੈਠਾ ਹੋਇਆ ਅਤੇ ਮੌਜ ਨਾਲ ਵਜਾ ਰਿਹਾ, ਕਈਆਂ ਨੂੰ ਬੜਾ ਰਸ ਆਉਣ ਲੱਗ ਜਾਂਦਾ ਹੈ ਉਹਦੇ ਵਿੱਚ, ਧੁਨ ਦੇ ਵਿੱਚ, ਉਹ ਇਕਾਂਤ 'ਚ ਬੈਠੇ ਵਜਾਈ ਜਾਂਦੇ। ਸੰਸਾਰਿਕ ਲੋਕ ਥੱਲੇ ਦੀ ਜਾਂਦੇ ਹਨ, ਦੇਖਦੇ ਉਹਨੂੰ ਵੀ ਆਦਮੀ ਪਾਗਲ ਹੈ,
ਵੀ ਇਹਦਾ ਵਜਾਉਣ ਦਾ ਫਾਇਦਾ ਕੀ, ਇਹਦੇ ਨਾਲ ਪੈਸੇ ਕਿਹੜੇ ਪੈਸੇ ਮਿਲਦੇ। ਹੁਣ ਇਹ ਤਾਰੇ ਵਜਾਉਣ ਨਾਲ ਕੀ ਫਾਇਦਾ, ਫਾਇਦਾ ਤਾਂ ਕੁਛ ਵੀ ਨਹੀਂ ਹੈ ਨਾ। ਇੱਦਾਂ ਹੀ ਚਿੱਤਰਕਾਰ ਜਿਹੜੇ ਹੋਏ ਹਨ ਪੁਰਾਣੇ, ਉਹ ਕਹਿੰਦੇ ਸੀ ਚਿੱਤਰਕਾਰੀ ਦੇ ਵਿੱਚ ਹੀ ਖੋਏ ਰਹਿੰਦੇ ਸਨ, ਖਾਣਾ ਪੀਣਾ ਵੀ ਭੁੱਲ ਜਾਣ, ਖਾਣ ਪੀਣ ਦਾ ਵੀ ਖਿਆਲ ਨਹੀਂ ਉਹਨਾਂ ਨੂੰ, ਰਸ ਹੀ ਇੰਨਾ ਆ ਰਿਹਾ ਕਿਉਂਕਿ ਪ੍ਰੇਮ ਦੁਆਰਾ ਕਰ ਰਹੇ ਹਨ ਜੋ ਕੁਛ, ਉਹਦੇ ਵਿੱਚ ਰਸ ਆਉਂਦਾ। ਇਸੇ ਕਰਕੇ ਬੌਧ ਧਰਮ ਦੇ ਵਿੱਚ ਮੂਰਤੀਆਂ ਬਹੁਤ ਬਣਾਈਆਂ ਗਈਆਂ। ਮੂਰਤੀ ਨੂੰ ਵੀ ਬਣਾਉਣ ਵਾਸਤੇ ਉਹ ਸਾਧਨਾ ਦਾ ਇੱਕ ਅੰਗ ਸਮਝਦੇ ਸੀ ਵੀ ਮੂਰਤੀ ਬਣਾਉਂਦੇ 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 ਤੁਸੀਂ ਧਿਆਨਸਤ ਹੋ ਸਕਦੇ ਹੋ, ਕੋਈ ਫਾਇਦਾ ਤਾਂ ਕੋਈ ਹੈ ਹੀ ਨਹੀਂ। ਜਿਹੜੀ ਚੀਜ਼ ਤੁਸੀਂ ਫਾਇਦਾ ਲੱਭਦੇ ਹੋ ਨਾ, ਲਾਭ, ਉਸ ਚੀਜ਼ ਨਾਲ ਤੁਸੀਂ ਸ਼ਾਂਤ ਨਹੀਂ ਹੋ ਸਕਦੇ। ਉਸ ਚੀਜ਼ ਨਾਲ ਵਾਸ਼ਨਾ ਵਧੂ, ਜੇ ਫਾਇਦਾ ਜ਼ਿਆਦਾ ਹੋਇਆ ਤਾਂ ਤੁਸੀਂ ਅੱਗੇ ਜਾਓਗੇ, ਘੱਟ ਹੋਇਆ ਨੁਕਸਾਨ ਹੋਇਆ ਤਾਂ ਤੁਸੀਂ ਦੁਖੀ ਹੋਵੋਗੇ। ਸੰਸਾਰ ਦੇ ਵਿੱਚ ਇੱਦਾਂ ਹੀ ਚੱਲ ਰਿਹਾ ਹੈ ਨਾ ਕੰਮ। ਪਰ ਪ੍ਰੇਮ ਦੇ ਵਿੱਚ ਅਗਰ ਕੋਈ ਫਾਇਦਾ ਸੋਚਣ ਲੱਗ ਜਾਵੇ ਤਾਂ ਪ੍ਰੇਮ ਕਰ ਹੀ ਨਹੀਂ ਸਕਦਾ। ਹੁਣ ਮਾਂ ਸੋਚਣ ਲੱਗ ਜਾਵੇ ਵੀ ਬੱਚੇ ਨੂੰ ਪੈਦਾ ਕਰਨਾ, ਇਹਨੂੰ ਫਿਰ ਪਾਲਣਾ, ਫਾਇਦਾ ਕੀ। ਚਲੋ ਉਹ ਵੀ ਆਸਾ ਲਾ ਲੈਂਦੀ ਹੈ ਵੀ ਵੱਡਾ ਹੋਊਗਾ ਮੇਰੀ ਸੇਵਾ ਕਰੂ, ਜੇ ਕਰੂ ਉਹ ਕਰੂ, ਫਿਰ ਪ੍ਰੇਮ ਨਾ ਹੋਇਆ। ਤੇ ਪ੍ਰੇਮ ਦੇ ਵਿੱਚ ਜਿਹੜਾ ਹੈ ਨਾ, ਉੱਥੇ ਫਾਇਦਾ ਨਹੀਂ। ਫਾਇਦਾ ਸੋਚਣ ਵਾਲਾ ਪ੍ਰੇਮ ਨਹੀਂ ਕਰ ਸਕਦਾ। ਇਸ ਕਰਕੇ ਬੁੱਧੀ ਦੇ ਤਲ 'ਤੇ ਜੀਣ ਵਾਲਾ ਵਿਚਾਰਕ ਜਿਹੜਾ ਹੈ ਨਾ, ਉਹ ਪ੍ਰੇਮ ਨਹੀਂ ਕਰ ਸਕਦਾ ਕਿਉਂਕਿ ਉਹ ਫਾਇਦੇ ਦੀ ਭਾਸ਼ਾ ਜਾਣਦਾ ਹੈ। ਲਾਭ, ਜਿੱਥੇ ਲਾਭ ਹੋਵੇ। ਇਵੇਂ ਹੀ ਇਹ ਪਰਮਾਰਥਿਕ ਮਾਰਗ ਹੈ। ਇੱਧਰ ਜਿਹੜਾ ਫਾਇਦੇ ਦੀ ਭਾਸ਼ਾ ਲੈ ਕੇ ਚੱਲਦਾ ਹੈ ਨਾ, ਵੀ ਬਾਣੀ ਪੜ੍ਹਾਂਗੇ ਕੀ ਫਾਇਦਾ ਹੋਊ, ਨਾਮ ਜਪਾਂਗੇ ਕੀ ਫਾਇਦਾ ਹੋਊ, ਸਿਮਰਨ ਕਰਾਂਗੇ ਕੀ ਫਾਇਦਾ ਹੋਊ, ਚਿੰਤਨ ਕਰਾਂਗੇ ਕੀ ਫਾਇਦਾ ਹੋਊ, ਉਹ ਵੀ ਸੰਸਾਰੀ ਹੈ। ਸੇਵਾ ਕਰਾਂਗੇ ਕੀ ਫਾਇਦਾ ਹੋਊ, ਉਹ ਵੀ ਸੰਸਾਰੀ ਹੀ ਹੈ। ਤੇ ਉਹ ਵੀ ਸੰਸਾਰ ਦੇ ਵਿੱਚ ਹੀ ਉਲਝਿਆ ਹੋਇਆ ਕਿਉਂਕਿ ਉਹ ਫਾਇਦੇ ਦੀ ਭਾਸ਼ਾ ਜਾਣ ਰਿਹਾ ਹੈ ਨਾ। ਫਾਇਦਾ ਕੀ, ਹਰ ਚੀਜ਼ ਦੇ ਵਿੱਚ ਆਦਮੀ ਫਾਇਦਾ ਲੱਭਦਾ ਹੈ। ਧਾਰਮਿਕ ਤੇ ਉਹ ਹੋ ਸਕਦਾ ਹੈ ਜਿਹਦਾ ਫਾਇਦਾ ਦਾ ਖਿਆਲ ਹੀ ਛੁੱਟ ਜਾਂਦਾ ਹੈ। ਹੁਣ ਇਸੇ ਦ੍ਰਿਸ਼ਟੀ ਦੁਆਰਾ ਹੀ ਤੁਸੀਂ ਗਿਆਨਵਾਨ ਪੁਰਸ਼ਾਂ ਨੂੰ ਵੀ ਦੇਖਦੇ ਹੋ, ਇਹ ਵੀ ਖਿਆਲ ਵਿੱਚ ਰੱਖਣਾ। ਜਿਵੇਂ ਮੈਂ ਬੋਲ ਰਿਹਾ ਹਾਂ ਤੇ ਤੁਸੀਂ ਇਵੇਂ ਵੀ ਸੋਚ ਸਕਦੇ ਹੋ ਜਿਵੇਂ ਲਿਖਿਆ ਹੋਇਆ ਵੀ ਮੈਂ ਤੁਹਾਡਾ ਫਾਇਦਾ ਲੈਣਾ ਚਾਹੁੰਦਾ ਹਾਂ, ਇਹ ਵੀ ਖਿਆਲ ਹੋ ਸਕਦਾ ਕਿਸੇ ਦਾ, ਤਾਂ ਹੀ ਮੈਂ ਬੋਲ ਰਿਹਾ ਹਾਂ। ਤੁਹਾਡੇ ਤੇ ਖਿਆਲ ਵਿੱਚ ਹੀ ਨਹੀਂ ਆ ਸਕਦਾ ਬਿਨਾਂ ਫਾਇਦੇ ਤੋਂ ਵੀ ਕੋਈ ਇੰਨੀ ਕੋਸ਼ਿਸ਼ ਕਰ ਸਕਦਾ ਹੈ, ਕਿਸੇ ਨੂੰ ਸਮਝਾ ਸਕਦਾ ਹੈ। ਸਕੂਲ ਦੇ ਵਿੱਚ ਵੀ ਟੀਚਰ ਬਿਨਾਂ ਪੈਸੇ ਦੇ ਨਹੀਂ ਬੋਲਦੀ, ਡਾਕਟਰ ਨੇ ਵੀ ਦਵਾਈ ਲਿਖ ਕੇ ਦੇਣੀ ਹੋਵੇ ਤਾਂ ਪੈਸੇ ਲੈਂਦਾ ਹੈ। ਇੱਥੇ ਸੰਸਾਰ 'ਚ ਹਰ ਚੀਜ਼ ਦਾ ਹੀ ਫਾਇਦਾ, ਫਾਇਦੇ ਤੋਂ ਬਿਨਾਂ ਤਾਂ ਕੋਈ ਕੁਛ ਕਰਦਾ ਹੀ ਨਹੀਂ। ਤਾਂ ਤੁਹਾਡੇ ਖਿਆਲ ਵਿੱਚ ਵੀ ਕਿਵੇਂ ਆਊਗਾ। ਕੋਈ ਐਸਾ ਵੀ ਹੋ ਸਕਦਾ ਹੈ, ਗੁਰੂ ਨਾਨਕ ਦੇਵ ਜੀ ਕਿੱਥੇ ਕਿੱਥੇ ਗਏ ਹਨ, ਉਜਾੜਾਂ ਦੇ ਵਿੱਚ, ਜੰਗਲਾਂ ਦੇ ਵਿੱਚ, ਦੂਸਰੇ ਨੂੰ ਸਮਝਾਉਣ ਵਾਸਤੇ। ਤੇ ਦੂਸਰੇ ਵੀ ਸੋਚਦੇ ਹੋਣਗੇ ਵੀ ਐਵੇਂ ਤੁਰੇ ਫਿਰਦੇ ਹਨ, ਕੋਈ ਨਾ ਕੋਈ ਤਾਂ ਫਾਇਦਾ ਹੋਊਗਾ। ਪਰ ਨਹੀਂ, ਜਿਹਦੇ ਅੰਦਰ ਪ੍ਰੇਮ ਹੈ ਨਾ, ਉਹ ਕੁਛ ਦੇਣਾ ਚਾਹੁੰਦਾ ਹੈ।
ਜਿਵੇਂ ਐਵੇਂ ਸਮਝ ਲਵੋ ਤੁਸੀਂ, ਜਿਹਨੂੰ ਜ਼ਿਆਦਾ ਤੁਸੀਂ ਪ੍ਰੇਮ ਕਰਦੇ ਹੋ ਨਾ ਗਹਿਰਾ, ਉਹਨੂੰ ਕੁਛ ਨਾ ਕੁਛ ਦੇਣਾ ਚਾਹੁੰਦੇ ਹੋ, ਤੁਸੀਂ ਭੇਟ ਕਰਨਾ ਚਾਹੁੰਦੇ। ਇਸੇ ਕਰਕੇ ਜਿਹਦੇ ਨਾਲ ਪ੍ਰੇਮ ਕਰਦੇ ਉਹਨੂੰ ਘਰ ਸੱਦ ਕੇ ਤੁਸੀਂ ਪ੍ਰਸ਼ਾਦਾ ਛਕਾਉਂਦੇ ਹੋ, ਚੰਗੇ ਚੰਗੇ ਵਿਅੰਜਨ ਬਣਾਉਂਦੇ ਹੋ, ਕੁਛ ਦੇਣਾ ਚਾਹੁੰਦੇ ਹੋ ਆਪਣੇ। ਪ੍ਰੇਮ ਦੇ ਵਿੱਚ ਤਾਂ ਕੋਈ ਫਾਇਦਾ ਹੀ ਨਹੀਂ। ਪ੍ਰੇਮੀ ਤਾਂ ਦੇਣਾ ਚਾਹੁੰਦਾ ਹੈ ਨਾ, ਅਤੇ ਸਾਰਿਆਂ ਨੂੰ ਕੀਮਤੀ ਚੀਜ਼ ਜਿਹੜੀ ਹੈ ਉਹ ਚਾਹੁੰਦਾ ਹੈ ਵੀ ਮੈਂ ਦੂਸਰੇ ਨੂੰ ਦੇ ਦੇਵਾਂ। ਅਤੇ ਸਾਰਿਆਂ ਤੋਂ ਕੀਮਤੀ ਕੀ ਹੈ? ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ। ਵਿਸ਼ਰਾਮ। ਹੁਣ ਅਗਰ ਤੁਸੀਂ ਇਹ ਸੋਚ ਕੇ, ਇਹ ਖਿਆਲ ਕਰਕੇ ਸੁਣਦੇ ਰਹੇ ਵੀ ਇਹਨੂੰ ਕੋਈ ਨਾ ਕੋਈ ਫਾਇਦਾ ਹੋਵੇਗਾ ਤਾਂ ਇਹ ਸਮਝਾ ਰਿਹਾ ਹੈ, ਅਤੇ ਤੁਸੀਂ ਮੈਨੂੰ ਸੁਣੋਗੇ ਹੀ ਨਹੀਂ। ਅਤੇ ਸੁਣੋਗੇ ਹੀ ਨਹੀਂ ਅਤੇ ਸਮਝੋਗੇ ਨਹੀਂ, ਅਤੇ ਤੁਹਾਨੂੰ ਇਹ ਜੋ ਮੈਂ ਦੇਣਾ ਚਾਹੁੰਦਾ ਹਾਂ ਮਿਲ ਨਹੀਂ ਸਕਦਾ ਹੈ। ਗਹਿਰੇ ਪ੍ਰੇਮ ਦੇ ਵਿੱਚ ਆਪਾਂ ਇੱਕਦਮ ਸੁਣਦੇ ਵੀ ਹਾਂ। ਤੁਸੀਂ ਦੇਖਿਆ ਹੈ, ਜਿੱਥੇ ਪ੍ਰੇਮ ਹੋਵੇ ਬਹੁਤ ਜ਼ਿਆਦਾ, ਅਗਰ ਕਿਸੇ ਨੇ ਕੀਤਾ ਹੋਵੇ, ਉਹ ਤੁਸੀਂ ਗੱਲ ਕਹੋ ਉਸੇ ਵੇਲੇ ਮੰਨਣ ਨੂੰ ਤਿਆਰ ਹੋ ਜਾਂਦਾ। ਅਗਲ ਮੂੰਹ 'ਚੋਂ ਨਿਕਲੇ ਹੀ ਨਹੀਂ ਉਹ 7 ਵਚਨ। ਉਹ ਕਹਿੰਦਾ ਤੂੰ ਕਹਿ ਤੇ ਮੈਂ ਨਦੀ 'ਚ ਵੀ ਛਾਲ ਮਾਰ ਦੇ ਹੁਣੇ ਹੀ। ਗਹਿਰੇ ਪ੍ਰੇਮ 'ਚ ਜੋ ਵੀ ਕਹਿੰਦਾ ਹੈ ਕਰਨ ਨੂੰ ਤਿਆਰ ਹੋ ਜਾ। ਇਵੇਂ ਹੀ ਜਿਹੜੇ ਬਹੁਤ ਪ੍ਰੇਮ ਅਤੇ ਸ਼ਰਧਾ ਦੇ ਨਾਲ ਸੁਣਦੇ ਹਨ, ਅਗਰ ਮੈਂ ਉਹਨਾਂ ਨੂੰ ਕਹਾਂ ਸਿਰਫ 2 ਘੜੀਆਂ, ਸਿਰਫ 2 ਘੜੀਆਂ ਬਿਲਕੁਲ ਵਿਹਲੇ, ਸਰੀਰ ਕਰਕੇ ਤੇ ਵਿਹਲੇ ਬੈਠਣਾ ਹੀ ਹੈ, ਮਨ ਕਰਕੇ ਵੀ ਵਿਹਲੇ ਹੋ ਜਾਓ। ਸਿਰਫ 2 ਘੜੀਆਂ ਮੈਨੂੰ ਦੇ ਦਿਓ, ਸਰੀਰ ਕਰਕੇ ਤੇ ਬਿਲਕੁਲ ਵਿਹਲੇ, ਮਨ ਕਰਕੇ ਵੀ ਬਿਲਕੁਲ ਵਿਹਲੇ, ਸ਼ਾਂਤ। ਜਿਵੇਂ ਆਪਾਂ ਸਰੀਰ ਨੂੰ ਰੈਸਟ ਦਿੰਦੇ ਹਾਂ ਨਾ, ਸਰੀਰ ਨੂੰ ਵਿਸ਼ਰਾਮ ਦਿੰਦੇ ਹਾਂ, ਅਤੇ ਕਿੰਨਾ ਸੁੱਖ ਮਿਲਦਾ ਹੈ ਆਪਾਂ ਨੂੰ ਥੱਕਿਆ ਹੋਇਆ ਸਰੀਰ ਅਤੇ ਵਿਸ਼ਰਾਮ ਦੇ ਵਿੱਚ। ਇਵੇਂ ਮਨ ਚੱਲ ਚੱਲ ਕੇ ਥੱਕਿਆ ਹੋਇਆ ਹੈ, ਅਤੇ ਅਗਰ ਤੁਸੀਂ ਥੋੜ੍ਹਾ ਜਿਹਾ ਵੀ ਵਿਸ਼ਰਾਮ ਦੇ ਦੇਵੋਗੇ ਨਾ ਇਹਨੂੰ, ਅਤੇ ਤੁਹਾਨੂੰ ਇੱਕ ਰਸ ਆਵੇਗਾ, ਇੱਕ ਸਵਾਦ ਆਵੇਗਾ। ਉਹ ਹੀ ਹੈ ਸੁਖ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸ਼ਰਾਮ। ਉਹ ਵਿਸ਼ਰਾਮ ਦੇ ਵਿੱਚ ਹੈ ਸੁੱਖ। ਪਾਠ ਕਰਨ ਦੇ ਵਿੱਚ ਸੁੱਖ ਥੋੜ੍ਹੀ ਹੈ, ਪਾਠ ਦੇ ਵਿੱਚ ਤਾਂ ਜ਼ਿਆਦਾ ਮਨ ਚੱਲਦਾ ਹੈ। ਕਈ ਸੁਖਮਨੀ ਸਾਹਿਬ ਜੀ ਦੇ ਪਾਠ ਹੀ ਕਰੀ ਜਾਂਦੇ, ਉੱਥੇ ਤਾਂ ਜ਼ਿਆਦਾ ਮਨ ਚੱਲਦਾ ਹੈ। ਨਹੀਂ, ਵਿਸ਼ਰਾਮ ਦੇ ਵਿੱਚ ਸੁੱਖ ਹੈ। ਉਹ ਜਿਹੜਾ ਸੁੱਖ ਹੈ ਨਾ, ਭਗਤ ਜਨਾਂ ਕੇ ਮਨ ਵਿਸ਼ਰਾਮ। ਅਤੇ ਵਿਸ਼ਰਾਮ ਕਿਵੇਂ ਹੁੰਦਾ ਹੈ? ਇੱਕ ਹੈ ਸਰੀਰ ਦਾ ਵਿਸ਼ਰਾਮ, ਦੂਸਰਾ ਹੈ ਮਨ ਦਾ ਵਿਸ਼ਰਾਮ। ਮਨ ਕਰਕੇ ਕੁਛ ਨਹੀਂ ਕਰਨਾ, 2 ਘੜੀਆਂ ਬਿਲਕੁਲ ਕੁਛ ਨਹੀਂ। ਇਹਨਾਂ ਤੇ ਦੇ ਹੀ ਸਕਦੇ ਹੋ ਤੁਸੀਂ, ਕੁਛ ਹੋਰ ਨਹੀਂ ਮੰਗਦਾ ਮੈਂ ਤੁਹਾਡੇ ਕੋਲ, ਸਿਰਫ ਵੇਲ ਮੰਗਦਾ। ਦੇਖੋ ਵਿਸ਼ਰਾਮ ਮੰਗਦਾ, ਇਹਨਾਂ ਵੀ ਨਹੀਂ ਦੇ ਸਕਦੇ। ਅਤੇ ਜਿਹੜੇ ਪ੍ਰੇਮ ਕਰਦੇ ਹਨ ਨਾ, ਉਹ ਕਹਿਣਗੇ 2 ਨਹੀਂ ਤੁਸੀਂ 4 ਘੜੀਆਂ ਲਾਓ। ਅਸੀਂ ਦੇਣ ਨੂੰ ਤਿਆਰ ਹਾਂ, ਪਰ ਤੁਸੀਂ ਸ਼ੁਰੂ ਕਰੋ।
ਅਗਰ ਇੱਕ ਛਿਨ ਵਾਸਤੇ ਵੀ ਵਿਸ਼ਰਾਮ ਮਿਲ ਗਿਆ ਨਾ ਤੁਹਾਨੂੰ, ਉਹ ਰਸ ਮਿਲ ਗਿਆ, ਤੇ ਫਿਰ ਤੁਹਾਨੂੰ ਪਤਾ ਲੱਗੇਗਾ ਇਹ ਸੌਦਾ ਘਾਟੇ ਦਾ ਸੀ ਕਿ ਨਫੇ ਦਾ ਸੀ। ਤੇ ਜਿਹੜੇ ਪ੍ਰੇਮ ਕਰਦੇ ਹਨ ਨਾ, ਉਹ ਸੁਣਨਗੇ ਤੇ ਸੁਣ ਕੇ ਤੇ ਉਸੇ ਵੇਲੇ ਹੀ ਉਹ ਵਿਸ਼ਰਾਮ ਨੂੰ ਉਪਲਬਧ ਹੋਣਾ ਸ਼ੁਰੂ ਹੋ ਜਾਣਗੇ, ਕਿਉਂਕਿ ਵਿਸ਼ਰਾਮ ਦਿੱਤਾ ਨਹੀਂ ਜਾ ਸਕਦਾ। ਖਿਆਲ ਵਿੱਚ ਰੱਖਣੀ ਗੱਲ ਇਹ ਵੀ ਬਹੁਤ ਜ਼ਰੂਰੀ ਹੈ। ਅਸ਼ਾਂਤੀ ਜਿੱਤੀ ਜਾ ਸਕਦੀ ਹੈ, ਸੰਸਾਰ ਦੇ ਵਿੱਚ ਬਹੁਤ ਮਿਲਦੀ ਹੈ, ਹਰ ਇੱਕ ਅਸ਼ਾਂਤੀ ਦੇਣ ਨੂੰ ਤਿਆਰ ਹੈ। ਕਹਿੰਦਾ ਕੋਈ ਕਹਿੰਦਾ ਇਹ ਕਰ ਲਓ, ਮੰਤਰ ਦੇ ਦਿੰਦਾ ਹੈ, ਕੋਈ ਨਾਮ ਦੇ ਦਿੰਦਾ ਹੈ, ਕੋਈ ਕਹਿੰਦਾ ਪਾਠ ਹੀ ਕਰੀ ਜਾਓ, ਕਹਿੰਦਾ ਇਹ ਕਰੀ ਜਾਓ। ਬਹੁਤ ਅਸ਼ਾਂਤੀਆਂ ਧਾਰਮਿਕ ਜਗਤ ਦੇ ਵਿੱਚ ਇੱਕ ਦੂਸਰੇ ਨੂੰ ਦਿੱਤੀਆਂ ਜਾਂਦੀਆਂ। ਕੁਛ ਕਰਨ ਵਾਸਤੇ ਦਿੱਤਾ ਤੇ ਅਸ਼ਾਂਤੀ ਦੇ ਦਿੱਤੀ, ਤੇ ਅਸ਼ਾਂਤੀ ਦਿੱਤੀ ਜਾ ਸਕਦੀ ਹੈ, ਪਰ ਸ਼ਾਂਤੀ ਤੁਹਾਡੇ ਅੰਦਰ ਹੈ, ਇਹ ਦਿੱਤੀ ਨਹੀਂ ਜਾ ਸਕਦੀ। ਇਹ ਤੁਸੀਂ ਨਾਲ ਲੈ ਕੇ ਹੀ ਪੈਦਾ ਹੋਏ ਹੋ। ਇਸੇ ਕਰਕੇ ਕਿਹਾ ਨਾ, ਬੀਜ ਮੰਤਰ ਸਰਬ ਕੋ ਗਿਆਨ, ਸਾਰਿਆਂ ਨੂੰ ਗਿਆਨ ਹੈ। ਤੁਸੀਂ ਉਸ ਸ਼ਾਂਤੀ ਤੋਂ ਹੀ ਪੈਦਾ ਹੋਏ ਹੋ, ਉਸ ਸ਼ਾਂਤੀ ਤੋਂ ਹੀ ਸੰਸਾਰ ਦੇ ਵਿੱਚ ਆਏ ਹੋ। ਉਹ ਵਿਸ਼ਰਾਮ ਦੀ ਅਵਸਥਾ ਤੁਸੀਂ ਜਾਣੀ ਹੋਈ ਹੈ, ਤੁਹਾਡੇ ਅੰਦਰ ਹੀ ਹੈ। ਤੇ ਬਸ ਉਹਨੂੰ ਹੀ ਪਾਉਣਾ ਹੈ। ਉਹ ਹੀ ਮੇਰੇ ਕੋਲ ਇੱਕ ਬਹੁਮੁੱਲੇ ਅਮੋਲਕ, ਜਿਹਦਾ ਕੋਈ ਵੀ ਮੁੱਲ ਨਹੀਂ ਹੈ, ਕਿਸੇ ਕੀਮਤ ਤੁਹਾਨੂੰ ਸੰਸਾਰ ਦੇ ਵਿੱਚ ਮਿਲ ਹੀ ਨਹੀਂ ਸਕਦੀ। ਸ਼ਾਂਤੀ ਨਹੀਂ ਮਿਲਦੀ। ਵਿਸ਼ਰਾਮ ਕਿੱਥੇ ਮਿਲਦਾ ਹੈ? ਕਿਹਦੇ ਕੋਲ ਹੈ ਵਿਸ਼ਰਾਮ? ਦਿਖਦਾ ਹੈ ਤੁਹਾਨੂੰ ਕੋਈ ਸ਼ਾਂਤ ਵਿਸ਼ਰਾਮ? ਤੇ ਇਹ ਐਸਾ ਨਹੀਂ ਹੈ ਵੀ ਮੈਂ ਦੇਣਾ ਹੈ ਤੁਹਾਨੂੰ, ਸਿਰਫ ਮੈਂ ਕਹਿ ਰਿਹਾ ਤੁਹਾਡੇ ਅੰਦਰ ਹੀ ਹੈ ਉਹ ਅਮੋਲਕ ਹੀਰਾ, ਅਮੋਲਕ ਰਤਨ। ਕਿਤੇ ਜਾਣ ਦੀ ਲੋੜ ਨਹੀਂ, ਤੁਸੀਂ ਬਸ ਬੈਠੋ ਵਿਸ਼ਰਾਮ ਅਵਸਥਾ ਦੇ ਵਿੱਚ, ਸਰੀਰ ਕਰਕੇ ਵੀ ਮਨ ਕਰਕੇ। ਚਲੋ ਸ਼ੁਰੂ ਤੇ ਕਰੋ। ਤੇ ਜਿਨ੍ਹਾਂ ਨੂੰ ਪ੍ਰੇਮ ਹੈ ਨਾ, ਉਹ ਉਸੇ ਵੇਲੇ ਸ਼ੁਰੂ ਕਰਨਗੇ, ਪਰ ਜਿਨ੍ਹਾਂ ਨੂੰ ਪ੍ਰੇਮ ਨਹੀਂ ਹੈ, ਸੰਦੇਹ ਹੈ, ਸ਼ੱਕ ਹੈ ਵੀ ਸ਼ਾਇਦ ਵੀ ਸਾਡਾ ਫਾਇਦਾ ਉਠਾਉਣਾ ਨਾ ਚਾਹੁੰਦੇ ਹੋ, ਤੇ ਫਿਰ ਉਹ ਨਾ ਸੁਣਨ। ਇਹ ਮੇਰੀ ਬੇਨਤੀ ਹੈ। ਜਿਨ੍ਹਾਂ ਨੂੰ ਮਾੜਾ ਮੋਟਾ ਵੀ ਇਹ ਸੰਦੇਹ ਹੈ, ਸ਼ੱਕ ਹੈ ਵੀ ਸ਼ਾਇਦ ਇਹਨੂੰ ਕੁਛ ਨਾ ਕੁਛ ਸਾਡੇ ਕੋਲ ਫਾਇਦਾ ਲੈਣ ਵਾਸਤੇ ਇਹ ਇੰਨਾ ਰੋਜ਼ ਕਹਿ ਰਹੇ ਹਨ, ਤਾਂ ਉਹ ਬਿਲਕੁਲ ਨਾ ਸੁਣ, ਉਹਨਾਂ ਨੂੰ ਕੋਈ ਲਾਭ ਨਹੀਂ ਹੋਣਾ।